ਜਦੋਂ ਕਾਂਤਾ ਨੇ ਆਪਣੀ ਵੱਡੀ ਭੈਣ ਊਸ਼ਾ ਨਾਲ ਫੋਨ 'ਤੇ ਗੱਲ ਕੀਤੀ ਤਾਂ ਇੱਧਰ-ਉੱਧਰ ਦੀ ਗੱਲ ਕਰਨ ਤੋਂ ਬਾਅਦ ਉਹ ਮਾਨਕ ਬਾਰੇ ਗੱਲ ਕਰਦਿਆਂ ਝਿਜਕਣ ਲੱਗੀ ਤੇ ਪਤਾ ਨਹੀਂ ਕਿਵੇਂ ਉਸਦੀ ਭੈਣ ਉਸਦੀ ਝਿਜਕ ਮਹਿਸੂਸ ਕੀਤੀ ਤੇ ਫਿਰ ਜਦੋਂ ਊਸ਼ਾ ਦੇ ਸਿੱਧੇ-ਸਿੱਧੇ ਪੁੱਛੇ ਜਾਣ 'ਤੇ ਕਾਂਤਾ ਨੇ ਮਾਨਕ ਦੀਆਂ ਹਰਕਤਾਂ ਬਾਰੇ ਦੱਸਿਆ। ਮਾਨਕ ਦੀਆਂ ਹਰਕਤਾਂ ਬਾਰੇ ਊਸ਼ਾ ਨੇ ਹੱਸਦਿਆਂ ਕਿਹਾ ਕਿ ਇਹ ਆਮ ਗੱਲ ਹੈ ਤੇ ਮਾਨਕ ਨੂੰ ਹਰ ਕੀਮਤ 'ਤੇ ਖੁਸ਼ ਰੱਖਣ ਦੀ ਹਦਾਇਤ ਦਿੰਦੇ ਹੋਏ ਫੋਨ ਕੱਟ ਕਰ ਦਿੱਤਾ। ਹੁਣ ਕਾਂਤਾ ਕੋਲ ਮਾਨਕ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹੌਲੀ-ਹੌਲੀ ਕਾਂਤਾ ਨੂੰ ਵੀ ਸਮਝ ਆਉਣ ਲੱਗੀ ਕਿ ਮਾਨਕ ਨੂੰ ਉਸਦੇ ਸਰੀਰ ਨਾਲ ਜ਼ਿਆਦਾ ਦਿਲਚਸਪੀ ਹੈ। ਉਹ ਜਾਂ ਤਾਂ ਕਾਂਤਾ ਨਾਲ ਉਸਦੇ ਪਰਿਵਾਰ ਬਾਰੇ ਗੱਲ ਕਰਕੇ ਉਹਨਾਂ ਦੀ ਤਾਰੀਫ ਕਰਦਾ ਜਾਂ ਕਾਂਤਾ ਨਾਲ ਸੈਕਸ ਬਾਰੇ ਗੱਲਾਂ ਕਰਦਾ। ਵਿਆਹ ਦੀ ਤਰੀਕ ਵੀ ਆ ਗਈ। ਵਿਆਹ ਦਾ ਨਵਾਂ ਪਹਿਰਾਵਾ ਪਾ ਕੇ ਕਾਂਤਾ ਨੇ ਆਪਣੀਆਂ ਅੱਖਾਂ ਨੂੰ ਨਵੀਂ ਜ਼ਿੰਦਗੀ ਦੇ ਨਵੇਂ ਸੁਪਨਿਆਂ ਨਾਲ ਸਜਾਇਆ ਤੇ ਮਾਨਕ ਦੇ ਭਰੋਸੇ ਨਾਲ ਆਪਣੇ ਪੇਕੇ ਘਰ ਨੂੰ ਪਿੱਛੇ ਛੱਡ ਕੇ ਅੱਗੇ ਵਧ ਗਈ। ਕਾਂਤਾ ਦੇ ਵਿਆਹ ਨੂੰ ਉਸਦੇ ਪਿਤਾ ਨੂੰ ਅੰਦਰ ਤੱਕ ਤੋੜ ਦਿੱਤਾ। ਉਹ ਹੁਣ ਬਹੁਤ ਬਿਮਾਰ ਰਹਿਣ ਲੱਗਾ ਸੀ। ਕਾਂਤਾ ਆਪਣੇ ਪੇਕੇ ਘਰ ਦੇ ਨੇੜੇ ਸਹੁਰੇ ਹੋਣ ਦੇ ਬਾਵਜੂਦ ਵੀ ਆਪਣੇ ਪਿਤਾ ਨੂੰ ਮਿਲਣ ਨਹੀਂ ਆ ਸਕੀ, ਕਿਉਂਕਿ ਜਦੋਂ ਵੀ ਉਹ ਆਪਣੀ ਸੱਸ ਤੇ ਆਪਣੇ ਪਤੀ ਨੂੰ ਮਾਨਕ ਨੂੰ ਆਪਣੇ ਪੇਕੇ ਘਰ ਆਉਣ ਲਈ ਕਹਿੰਦੀ ਸੀ ਤਾਂ ਉਹ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਸਨ। ਕਾਂਤਾ ਦੇ ਵਿਆਹ ਨੂੰ 4 ਮਹੀਨੇ ਬੀਤ ਚੁੱਕੇ ਸਨ ਤੇ ਇਹਨਾਂ 4 ਮਹੀਨਿਆਂ ਵਿੱਚ ਉਹ ਫੇਰੇ ਦੀ ਰਸਮ ਨੂੰ ਛੱਡ ਕੇ ਇੱਕ ਵਾਰ ਵੀ ਆਪਣੇ ਸਹੁਰੇ ਘਰੋਂ ਬਾਹਰ ਨਹੀਂ ਗਈ ਸੀ। ਫੇਰਾ ਪਾਉਣ ਦੀ ਲਈ ਵੀ ਉਹ ਸਿਰਫ 2 ਘੰਟੇ ਲਈ ਮਾਨਕ ਨਾਲ ਆਪਣੇ ਪੇਕੇ ਘਰ ਆਈ ਸੀ। ਹੌਲੀ-ਹੌਲੀ ਪਰਿਵਾਰ ਦੇ ਸਾਰੇ ਜੀਆਂ ਦਾ ਵਤੀਰਾ ਕਾਂਤਾ ਨੂੰ ਕੌੜਾ ਅਨੁਭਵ ਦੇਣ ਲੱਗਾ। ਕਦੇ ਸੱਸ ਦੀਆਂ ਵਧੀਕੀਆਂ ਤੇ ਕਦੇ ਸਹੁਰੇ ਦੇ ਤਾਨੇ ਮਿਹਣਿਆਂ ਨਾਲ ਕਾਂਤਾ ਦੀ ਜ਼ਿੰਦਗੀ ਫਿਰ ਅਜਿਹੇ ਮੋੜ ਵਿੱਚੋਂ ਲੰਘੀ ਜਿਸ ਨੂੰ ਕਾਂਤਾ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਇੱਕ ਰਾਤ ਜਦੋਂ ਕਾਂਤਾ ਦੁੱਧ ਦਾ ਗਲਾਸ ਫੜਾ ਕੇ ਆਪਣੇ ਸਹੁਰੇ ਦੇ ਕਮਰੇ ਵਿੱਚੋਂ ਵਾਪਸ ਆਉਣ ਲੱਗੀ ਤਾਂ ਕਾਂਤਾ ਦੇ ਸਹੁਰੇ ਨੇ ਉਸਦਾ ਹੱਥ ਫੜ ਕੇ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਕਾਂਤਾ ਚੀਕਾਂ ਮਾਰਦੀ ਉੱਥੋਂ ਭੱਜ ਆਈ ਤੇ ਫਿਰ ਉਸਨੇ ਇਹ ਗੱਲ ਆਪਣੇ ਪਤੀ ਮਾਨਕ ਨੂੰ ਦੱਸਣੀ ਚਾਹੀ। ਪਰ ਇਸ ਤੋਂ ਪਹਿਲਾਂ ਕਿ ਉਹ ਇਸ ਘਟਨਾ ਬਾਰੇ ਮਾਨਕ ਨੂੰ ਦੱਸ ਪਾਉਂਦੀ, ਕਾਂਤਾ ਦੀ ਸੱਸ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਮਾਨਕ ਨੇ ਕਾਂਤਾ ਦੀ ਗੱਲ ਬਿਲਕੁਲ ਨਾ ਸੁਣੀ ਤੇ ਉਸ ਨੂੰ ਛੱਡ ਕੇ ਤੁਰੰਤ ਆਪਣੀ ਮਾਂ ਦੇ ਕਮਰੇ ਵਿੱਚ ਚਲਾ ਗਿਆ। ਕਾਂਤਾ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ, ਮਾਨਕ ਨੇ ਉਸ ਦੀ ਗੱਲ ਬਿਲਕੁਲ ਵੀ ਨਾ ਸੁਣੀ ਤੇ ਉਸ 'ਤੇ ਜ਼ੋਰਦਾਰ ਥੱਪੜ ਮਾਰਨ ਤੋਂ ਬਾਅਦ ਮਾਨਕ ਕਾਂਤਾ ਨੂੰ ਧੱਕਾ ਮਾਰ ਕੇ ਉਸ 'ਤੇ ਲੱਤਾਂ ਤੇ ਮੁੱਕਿਆਂ ਦੀ ਵਰਖਾ ਕਰ ਦਿੱਤੀ। ਕਾਂਤਾ ਰੋਂਦੀ ਰਹੀ ਤੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉੱਥੇ ਮੌਜੂਦ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਘਰ ਦੇ ਸਾਰੇ ਜਣੇ ਸੌਣ ਚਲੇ ਗਏ। ਵਿਹੜੇ ਵਿੱਚ ਸਿਰਫ ਕਾਂਤਾ ਹੀ ਬੈਠੀ ਰਹਿ ਗਈ। ਉਹ ਸਾਰੀ ਰਾਤ ਠੰਡ ਵਿੱਚ ਠਰਦੀ ਰਹੀ, ਪਰ ਕਿਸੇ ਨੇ ਵੀ ਉਸ ਨੂੰ ਕਮਰੇ ਵਿੱਚ ਜਾ ਕੇ ਸੌਣ ਲਈ ਨਹੀਂ ਕਿਹਾ। ਫਿਰ ਇੱਕਦਮ ਕੜਾਕੇ ਦੀ ਸਰਦੀ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਪਰ ਫਿਰ ਵੀ ਕਾਂਤਾ 'ਤੇ ਕਿਸੇ ਨੂੰ ਤਰਸ ਨਾ ਆਇਆ ਤੇ ਉਸੇ ਤਰ੍ਹਾਂ ਕਾਂਤਾ ਨੇ ਠੰਡ ਦੀ ਤੜਫ ਝੱਲਦਿਆਂ ਸਾਰੀ ਰਾਤ ਰੋਂਦੇ-ਰੋਂਦੇ ਗੁਜ਼ਾਰੀ। ਪਰ ਸਵੇਰ ਹੋਣ ਤੱਕ ਉਸਨੇ ਇੱਕ ਪੱਕਾ ਫੈਸਲਾ ਕਰ ਲਿਆ ਸੀ। ਸਵੇਰੇ ਕਾਂਤਾ ਨੇ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਸਮਾਨ ਬੰਨ੍ਹ ਲਿਆ ਤੇ ਉਹ ਕਿਸੇ ਨੂੰ ਕੁਝ ਕਹੇ ਬਿਨਾਂ ਦਰਵਾਜ਼ੇ ਵੱਲ ਤੁਰ ਪਈ। ਪਰ ਫਿਰ ਉਸਦੇ ਕੰਨਾਂ ਵਿੱਚ ਫੋਨ ਦੀ ਘੰਟੀ ਵੱਜੀ, ਜਿਸ ਨਾਲ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਮਾਨਕ ਨੇ ਆਵਾਜ਼ ਸੁਣ ਕੇ ਫੋਨ ਚੁੱਕਿਆ ਤਾਂ ਸੁਣਦੇ ਸਾਰ ਹੀ ਉਸਨੇ ਕਾਂਤਾ ਨੂੰ ਆਵਾਜ਼ ਮਾਰੀ, ਪਰ ਕਾਂਤਾ ਉਸਨੂੰ ਜਵਾਬ ਦਿੱਤੇ ਬਿਨਾਂ ਅੱਗੇ ਵਧਦੀ ਰਹੀ। ਤਾਂ ਫਿਰ ਮਾਨਕ ਨੇ ਕਿਹਾ, ਕਾਂਤਾ ਤੁਹਾਡੇ ਬਾਪੂ ਹਨ। ਇੰਨਾ ਸੁਣ ਕੇ ਕਾਂਤਾ ਇੱਕਦਮ ਪਿੱਛੇ ਮੁੜੀ ਤੇ ਮਾਨਕ ਦੇ ਹੱਥੋਂ ਫੋਨ ਲੈ ਕੇ ਕੰਨ ਨਾਲ ਲਾ ਲਿਆ। ਦੂਜੇ ਪਾਸੇ ਤੋਂ ਆਪਣੀ ਮਾਂ ਦੀ ਗੱਲ ਸੁਣ ਕੇ ਕਾਂਤਾ ਉੱਚੀ-ਉੱਚੀ ਰੋਣ ਲੱਗ ਪਈ ਤੇ ਫਿਰ ਅਗਲੇ ਕੁਝ ਮਿੰਟਾਂ ਵਿੱਚ ਕਾਂਤਾ ਹਸਪਤਾਲ ਵਿੱਚ ਸੀ, ਜਿੱਥੇ ਉਸਦੇ ਪਿਤਾ ਨੂੰ ਦਿਲ ਦੇ ਦੌਰੇ ਦੀ ਸ਼ਿਕਾਇਤ ਕਾਰਨ ਦਾਖਲ ਕਰਵਾਇਆ ਗਿਆ ਸੀ। ਕਾਂਤਾ ਆਪਣੀ ਮਾਂ ਨੂੰ ਸੰਭਾਲ ਰਹੀ ਸੀ, ਜਦੋਂ ਕਿ ਉਸ ਸਮੇਂ ਉਸਦੀ ਆਪਣੀ ਹਾਲਤ ਬਹੁਤ ਖਰਾਬ ਸੀ। ਤੇ ਫਿਰ ਕੁਝ ਘੰਟਿਆਂ ਬਾਅਦ ਜਦੋਂ ਡਾਕਟਰ ICU ਵਾਰਡ ਤੋਂ ਬਾਹਰ ਆਇਆ ਤਾਂ ਕਿਹਾ ਕਿ ਤੁਹਾਡੇ ਮਰੀਜ਼ ਦੀ ਹਾਲਤ ਠੀਕ ਹੈ, ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਤਾਂ ਫਿਰ ਕਿਤੇ ਜਾ ਕੇ ਮਾਂ ਧੀ ਦੀ ਜਾਨ ਵਿੱਚ ਜਾਨ ਆਈ। ਅਗਲੇ 2 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਕਾਂਤਾ ਦੇ ਪਿਤਾ ਨੂੰ ਛੁੱਟੀ ਦੇ ਦਿੱਤੀ ਗਈ। ਕਾਂਤਾ ਦੀ ਮਾਂ ਨੇ ਉਸਦੇ ਸਹੁਰਿਆਂ ਨਾਲ ਗੱਲ ਕਰਕੇ ਕੁਝ ਦਿਨ ਕਾਂਤਾ ਨੂੰ ਆਪਣੇ ਕੋਲ ਰਹਿਣ ਦੀ ਇਜਾਜ਼ਤ ਲੈ ਲਈ ਸੀ। ਜਦੋਂ ਉਹ ਉਹਨਾਂ ਨੂੰ ਹਸਪਤਾਲ ਮਿਲਣ ਆਏ ਸਨ, ਕਾਂਤਾ ਕੁਝ ਦਿਨ ਆਪਣੇ ਪੇਕੇ ਘਰ ਰਹਿਣ ਤੋਂ ਬਾਅਦ ਵਾਪਸ ਆਪਣੇ ਸਹੁਰੇ ਘਰ ਆ ਗਈ। ਇਸ ਦੌਰਾਨ ਨਾ ਤਾਂ ਉਸਦੀ ਮਾਂ ਵਿਗੜੇ ਹਾਲਾਤਾਂ ਕਾਰਨ ਉਸਦੇ ਮੂਡ ਨੂੰ ਸਮਝ ਸਕੀ ਤੇ ਨਾ ਹੀ ਕਾਂਤਾ ਖੁਦ ਉਸਨੂੰ ਆਪਣੀਆਂ ਉਲਝਣਾਂ ਬਾਰੇ ਕੁਝ ਕਹਿ ਸਕੀ। ਨਾ ਚਾਹੁੰਦੇ ਹੋਏ ਵੀ ਮਜਬੂਰ ਹੋ ਕੇ ਕਾਂਤਾ ਇੱਕ ਵਾਰ ਫਿਰ ਆਪਣੇ ਸਹੁਰੇ ਘਰ ਚਲੀ ਗਈ। ਸਮਾਂ ਹੌਲੀ-ਹੌਲੀ ਚੱਲ ਰਿਹਾ ਸੀ, ਕਿਉਂਕਿ ਕਿਹਾ ਜਾਂਦਾ ਹੈ ਕਿ ਦੁੱਖਾਂ ਤੇ ਉਲਝਣਾਂ ਨਾਲ ਭਰਿਆ ਸਮਾਂ ਬਹੁਤ ਹੌਲੀ-ਹੌਲੀ ਚੱਲਦਾ ਹੈ। ਕਾਂਤਾ ਤੇ ਮਾਨਕ ਦਾ ਰਿਸ਼ਤਾ ਹੁਣ ਸਿਰਫ ਸਰੀਰਕ ਸੰਬੰਧ ਤੱਕ ਹੀ ਸੀ। ਵੈਸੇ ਵੀ ਇਸ ਰਿਸ਼ਤੇ ਵਿੱਚ ਜਜ਼ਬਾਤੀ ਲਗਾਵ ਕਾਂਤਾ ਦੇ ਪੱਖ ਤੋਂ ਹੀ ਸੀ, ਜੋ ਹੁਣ ਬਚਣ ਦੀ ਸਥਿਤੀ ਵਿੱਚ ਨਹੀਂ ਸੀ। ਫਿਰ ਆਇਆ ਵਿਆਹੁਤਾ ਔਰਤ ਦਾ ਸਭ ਤੋਂ ਵੱਡਾ ਵਰਤ ਦਾ ਤਿਉਹਾਰ।
ਕਰਵਾ ਚੌਥ। ਕਾਂਤਾ ਨੇ ਇਹ ਵਰਤ ਪੂਰੇ ਦਿਲ ਨਾਲ ਰੱਖਿਆ। ਸ਼ਾਇਦ ਉਹ ਆਪਣੇ ਪੇਕੇ ਘਰ ਦੇ ਹਾਲਾਤਾਂ ਕਾਰਨ ਆਪਣੇ ਤੇ ਮਾਨਕ ਦੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਸੀ। ਉਸਨੇ ਸਾਰਾ ਕੰਮ ਕੀਤਾ, ਖਾਣਾ ਪਕਾਇਆ, ਵਰਤ ਰੱਖਿਆ ਤੇ ਫਿਰ ਉਹ ਦੁਲਹਨ ਵਾਂਗ ਸੱਜ ਗਈ। ਪੂਜਾ ਦਾ ਸਮਾਂ ਹੋ ਗਿਆ ਸੀ ਤੇ ਕਾਂਤਾ ਆਪਣੀ ਸੱਸ ਨਾਲ ਛੱਤ ਤੇ ਚੰਦ ਦੇਖਣ ਲਈ ਖੜੀ ਸੀ। ਸਾਰੇ ਮਾਨਕ ਦਾ ਇੰਤਜ਼ਾਰ ਕਰ ਰਹੇ ਸਨ ਤੇ ਫਿਰ ਜਦੋਂ ਚੰਦਰਮਾ ਨਿਕਲ ਗਿਆ ਪਰ ਮਾਨਕ ਛੱਤ ਤੇ ਨਾ ਆਇਆ ਤਾਂ ਕਾਂਤਾ ਦੀ ਸੱਸ ਨੇ ਕਾਂਤਾ ਨੂੰ ਮਾਨਕ ਨੂੰ ਬੁਲਾਉਣ ਲਈ ਹੇਠਾਂ ਭੇਜ ਦਿੱਤਾ। ਕਾਂਤਾ ਹੇਠਾਂ ਪਹੁੰਚੀ ਤਾਂ ਉਸਨੂੰ ਮਾਨਕ ਰੂਮ ਵਿੱਚ ਨਜ਼ਰ ਨਹੀਂ ਆਇਆ ਤਾਂ ਪਹਿਲਾਂ ਉਸਨੇ ਰੂਮ ਵਿੱਚ ਚੱਲ ਰਿਹਾ ਟੀਵੀ ਬੰਦ ਕਰ ਦਿੱਤਾ ਤੇ ਫਿਰ ਘਰ ਦੇ ਹੋਰ ਕਮਰਿਆਂ ਤੇ ਕੋਨਿਆਂ ਵਿੱਚ ਮਾਨਕ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਪਰ ਮਾਨਕ ਕਿਤੇ ਨਹੀਂ ਮਿਲਿਆ। ਫਿਰ ਕਾਂਤਾ ਨੇ ਸੋਚਿਆ ਕਿ ਉਸਨੇ ਆਪਣੀ ਨਣਦ ਦੇ ਕਮਰੇ ਵਿੱਚ ਤਾਂ ਵੇਖਿਆ ਹੀ ਨਹੀਂ, ਸ਼ਾਇਦ ਉਹ ਆਪਣੀ ਭੈਣ ਦੇ ਕਮਰੇ ਵਿੱਚ ਹੋਵੇ। ਇਹ ਸੋਚ ਕੇ ਮੁਸਕਰਾਉਂਦੀ ਹੋਈ ਆਪਣੀ ਪਤੀ ਲਈ ਇੱਜ਼ਤ ਤੇ ਸਨਮਾਨ ਦੀ ਭਾਵਨਾ ਲੈ ਕੇ ਆਪਣੀ ਨਣਦ ਦੇ ਕਮਰੇ ਵੱਲ ਤੁਰ ਪਈ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਂਤਾ ਦਰਵਾਜ਼ਾ ਖੜਕਾਉਣ ਹੀ ਵਾਲੀ ਸੀ ਕਿ ਕਮਰੇ ਦੇ ਅੰਦਰੋਂ ਕੁਝ ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸਨ, ਜਿਸ ਤੋਂ ਬਾਅਦ ਉਸਨੇ ਦਰਵਾਜ਼ੇ ਨੂੰ ਜ਼ੋਰਦਾਰ ਧੱਕਾ ਦਿੱਤਾ, ਜਿਸ ਨਾਲ ਦਰਵਾਜ਼ਾ ਇੱਕਦਮ ਖੁੱਲ੍ਹ ਗਿਆ ਤੇ ਫਿਰ ਕਾਂਤਾ ਨੇ ਜੋ ਵੇਖਿਆ ਉਸ 'ਤੇ ਯਕੀਨ ਕਰਨਾ ਖੁਦ ਕਾਂਤਾ ਲਈ ਵੀ ਸੰਭਵ ਸੀ। ਡਾਈਨਿੰਗ ਟੇਬਲ 'ਤੇ ਖਾਣਾ ਖਾਣ ਬੈਠੀ ਕਾਂਤਾ ਦਾ ਚਿਹਰਾ ਪੂਰੀ ਤਰ੍ਹਾਂ ਲਾਲ ਹੋ ਗਿਆ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ, ਜਿਸ ਨੂੰ ਦੇਖ ਕੇ ਸ਼ਿਵਾਨੀ ਨੇ ਕਿਹਾ, ਮੰਮੀ ਮਾਸੀ ਰੋ ਰਹੀ ਹੈ। ਵੇਖਿਆ ਜੀ, ਰੋਂਦੇ ਰੋਂਦੇ ਕਾਂਤਾ ਦੀਆਂ ਹਿਚਕੀਆਂ ਵੱਧ ਗਈਆਂ। ਉਹ ਬਸ ਰੋਈ ਜਾਂਦੀ ਸੀ। ਜਦੋਂ ਉਸਦੀ ਭੈਣ ਨੇ ਕਾਂਤਾ ਨੂੰ ਉਸਦੇ ਅਤੀਤ ਦੀ ਕਾਲੀ ਘਿਨਾਉਣੀ ਪਰਛਾਈ ਵਿੱਚੋਂ ਬਾਹਰ ਕੱਢਿਆ, ਕੀ ਹੋਇਆ ਕਾਂਤਾ, ਤੂੰ ਇੰਨਾ ਕਿਉਂ ਰੋ ਰਹੀ ਹੈ? ਕੀ ਸ਼ਿਵਾਨੀ ਦੇ ਵਿਛੋੜੇ ਬਾਰੇ ਸੋਚ ਕੇ ਰੋ ਰਹੀ ਹੈ? ਤੈਨੂੰ ਅਚਾਨਕ ਕੀ ਹੋ ਗਿਆ? ਬੋਲ ਕਾਂਤਾ, ਬੋਲਦੀ ਕਿਉਂ ਨਹੀਂ? ਕਾਂਤਾ ਦੀ ਭੈਣ ਨੇ ਉਸਨੂੰ ਫੜਦੇ ਹੋਏ ਕਿਹਾ। ਕਾਂਤਾ ਦੇ ਜੀਜਾ ਜੀ ਨੇ ਕਿਹਾ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਸਾਲੀ ਸਾਹਿਬਾ। ਇਹ ਗਲਤੀ ਨਹੀਂ ਦਮਾਦ ਜੀ, ਇਸ ਨੂੰ ਮੈਂ ਵੱਡਾ ਗੁਨਾਹ ਵੀ ਕਹਿ ਲਵਾਂ ਤਾਂ ਜ਼ਿਆਦਾ ਨਹੀਂ ਹੋਵੇਗਾ। ਕਾਂਤਾ ਦੀ ਮਾਂ ਨੇ ਕਮਰੇ ਵਿੱਚੋਂ ਕਦਮ ਰੱਖਦੇ ਹੋਏ ਕਿਹਾ। ਨਾਨੀ ਜੀ, ਤੁਸੀਂ ਅਚਾਨਕ ਇੱਥੇ? ਸ਼ਿਵਾਨੀ ਨੇ ਆਪਣੀ ਨਾਨੀ ਦੇ ਹੱਥੋਂ ਬੈਗ ਲੈਂਦੇ ਹੋਏ ਪੁੱਛਿਆ। ਮੰਮੀ, ਤੁਸੀਂ? ਕਾਂਤਾ ਦੀ ਵੱਡੀ ਭੈਣ ਸਮੇਤ ਹਰ ਕੋਈ ਤਾਰਾ ਜੀ ਨੂੰ ਉੱਥੇ ਅਚਾਨਕ ਦੇਖ ਕੇ ਹੈਰਾਨ ਰਹਿ ਗਏ। ਮੰਮੀ, ਅਸੀਂ ਵੀ ਸ਼ਿਵਾਨੀ ਦੇ ਭਲੇ ਲਈ ਹੀ ਸੋਚਾਂਗੇ, ਊਸ਼ਾ ਨੇ ਕਿਹਾ। ਹਾਂ ਬੇਟਾ, ਕਿਉਂ ਨਹੀਂ? ਸਾਡੇ ਸਮਾਜ ਵਿੱਚ ਧੀ ਦੀ ਸਭ ਤੋਂ ਭਲੇ ਦੀ ਗੱਲ ਉਸਦੇ ਵਿਆਹ ਦੀ ਗੱਲ ਹੈ ਨਾ? ਕਿਉਂ ਊਸ਼ਾ, ਮੈਂ ਸਹੀ ਕਿਹਾ ਨਾ? ਕਾਂਤਾ ਦੀ ਮਾਂ ਨੇ ਆਪਣੀ ਵੱਡੀ ਧੀ ਤੇ ਜਵਾਈ ਵੱਲ ਵੇਖਦੇ ਹੋਏ ਕਿਹਾ। ਮੰਮੀ, ਲੱਗਦਾ ਹੈ ਕਿ ਤੁਸੀਂ ਆਪਣਾ ਸਮਾਂ ਭੁਲਾ ਦਿੱਤਾ ਹੈ। ਤੁਸੀਂ ਵੀ ਸਭ ਤੋਂ ਵੱਧ ਸਾਡੇ ਭੈਣਾਂ ਦੇ ਵਿਆਹਾਂ ਨੂੰ ਪਹਿਲ ਦਿੱਤੀ ਸੀ, ਕਾਂਤਾ ਦੀ ਵੱਡੀ ਭੈਣ ਊਸ਼ਾ ਨੇ ਕਿਹਾ। ਨਹੀਂ ਬੇਟਾ, ਬਿਲਕੁਲ ਨਹੀਂ, ਪਰ ਤੁਸੀਂ ਕਾਂਤਾ ਦਾ ਅਤੀਤ ਭੁੱਲ ਗਏ ਹੋ। ਅਸੀਂ ਮਾਪੇ ਆਪਣੇ ਮੁੰਡਿਆਂ ਨੂੰ ਬਹੁਤ ਪੜ੍ਹਾਉਂਦੇ ਹਾਂ ਤੇ ਉਹਨਾਂ ਬਾਰੇ ਸੋਚਦੇ ਹਾਂ ਕਿ ਅਸੀਂ ਉਹਨਾਂ ਦਾ ਵਿਆਹ ਉਦੋਂ ਹੀ ਕਰਾਂਗੇ ਜਦੋਂ ਉਹਨਾਂ ਨੂੰ ਨੌਕਰੀ ਮਿਲੇਗੀ, ਪਰ ਮੈਂ ਪੁੱਛਦੀ ਹਾਂ ਕਿ ਆਖਿਰ ਕਿਉਂ ਨਹੀਂ? ਅਸੀਂ ਆਪਣੀਆਂ ਕੁੜੀਆਂ ਲਈ ਵੀ ਇਹੀ ਸੋਚ ਰੱਖਦੇ ਹਾਂ। ਤਾਰਾ ਜੀ ਦੀ ਆਵਾਜ਼ ਹੁਣ ਬਹੁਤ ਉੱਚੀ ਹੋ ਗਈ ਸੀ। ਕਾਂਤਾ ਆਪਣੀ ਜਗ੍ਹਾ ਤੋਂ ਉੱਠੀ ਤੇ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਹੱਥ ਨਾਲ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਆਪਣੀ ਜਗ੍ਹਾ ਤੇ ਬੈਠਣ ਲਈ ਕਿਹਾ। ਕਾਂਤਾ ਦੀ ਮਾਂ ਨੇ ਇੱਕ ਵਾਰ ਫਿਰ ਬੋਲਣਾ ਸ਼ੁਰੂ ਕਰ ਦਿੱਤਾ। ਕਾਸ਼ ਉਸ ਸਮੇਂ ਕਾਂਤਾ ਨੇ ਉਸ ਨੀਚ ਮੁੰਡੇ ਦੀ ਸੱਚਾਈ ਊਸ਼ਾ ਤੈਨੂੰ ਦੱਸਣ ਦੀ ਥਾਂ ਮੈਨੂੰ ਦੱਸੀ ਹੁੰਦੀ ਤਾਂ ਸ਼ਰਾਫਤ ਦੇ ਪਿੱਛੇ ਨਕਲੀ ਚੋਲੇ ਦੀ ਸੱਚਾਈ ਜਾਣ ਕੇ ਆਪਣੀ ਧੀ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਸਕਦੀ ਸੀ। ਹਾਏ ਉਹ ਪਾਪੀ, ਜਿਸ ਦਾ ਆਪਣੀ ਸਕੀ ਭੈਣ ਨਾਲ ਜਾਇਜ਼ ਸੰਬੰਧ ਸਨ, ਕੋਈ ਇੰਨਾ ਕਿਵੇਂ ਗਿਰ ਸਕਦਾ ਹੈ? ਤੇ ਮੇਰੀ ਇਹ ਮਾਸੂਮ ਕੁੜੀ ਉਸ ਰਾਖਸ਼ ਦੀ ਸੱਚਾਈ ਜਾਣਨ ਦੇ ਬਾਵਜੂਦ 4 ਸਾਲ ਉਸ ਦੇ ਨਾਲ ਕੱਢ ਦਿੱਤੇ। ਇਹ ਸੱਚ ਉਹਨਾਂ ਦੀ ਮੌਤ ਤੇ ਰੋਂਦੇ ਹੋਏ ਉਸ ਦੇ ਮੂੰਹੋਂ ਨਿਕਲ ਗਿਆ, ਨਹੀਂ ਤਾਂ ਇਸ ਕੁੜੀ ਨੇ ਆਪਣੀ ਸਾਰੀ ਉਮਰ ਉਸ ਦਲਦਲ ਵਿੱਚ ਗੁਜ਼ਾਰ ਦੇਣੀ ਸੀ। ਇਹ ਕਹਿ ਕੇ ਤਾਰਾ ਜੀ ਨੇ ਕੰਬ ਗਈ ਤੇ ਉਸ ਨੇ ਕਾਂਤਾ ਨੂੰ ਜੱਫੀ ਪਾ ਲਈ। ਫਿਰ ਸ਼ਿਵਾਨੀ ਵੀ ਆਪਣੀ ਨਾਨੀ ਨੂੰ ਜੱਫੀ ਪਾ ਕੇ ਰੋ ਪਈ। ਕੁਝ ਸਮੇਂ ਲਈ ਕਮਰੇ ਵਿੱਚ ਚੁੱਪ ਛਾ ਗਈ ਤੇ ਫਿਰ ਉਸ ਚੁੱਪ ਨੂੰ ਤੋੜਦੇ ਹੋਏ ਇੱਕ ਵਾਰ ਫਿਰ ਤਾਰਾ ਜੀ ਬੋਲਣ ਲੱਗੀ। ਵੇਖੋ ਊਸ਼ਾ, ਆਪ ਗਲਤੀ ਕਰਨ ਦੀ ਜਗ੍ਹਾ ਸਾਨੂੰ ਦੂਸਰਿਆਂ ਦੀ ਗਲਤੀ ਤੋਂ ਸਿੱਖਣਾ ਚਾਹੀਦਾ ਹੈ। ਊਸ਼ਾ ਨੇ ਕਿਹਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੰਮੀ। ਪਤਾ ਨਹੀਂ ਮੇਰੀਆਂ ਅੱਖਾਂ 'ਤੇ ਕਿਹੋ ਜਿਹੀ ਪੱਟੀ ਬੰਨੀ ਹੋਈ ਸੀ ਕਿ ਮੈਂ ਕਾਂਤਾ ਨੂੰ ਆਪਣੇ ਸਾਹਮਣੇ ਨਜ਼ਰਅੰਦਾਜ਼ ਕਰ ਰਹੀ ਸੀ ਤੇ ਉਸਦੇ ਸਮਝਾਉਣ 'ਤੇ ਵੀ ਮੈਂ ਸਮਝਣਾ ਨਹੀਂ ਚਾਹੁੰਦੀ ਸੀ। ਕਾਂਤਾ ਬੋਲੀ। ਅਜੇ ਵੀ ਬਹੁਤੀ ਦੇਰ ਨਹੀਂ ਹੋਈ ਭੈਣ ਜੀ, ਤੁਸੀਂ ਮੰਮੀ ਦੀ ਗੱਲ ਸਮਝ ਗਏ ਹੋ। ਕਾਂਤਾ, ਤੂੰ ਬਿਲਕੁਲ ਸਹੀ ਕਹਿ ਰਹੀ ਹੈ। ਮੈਂ ਵੀ ਮਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਗਈ ਹਾਂ। ਅਸੀਂ ਧੀ ਦੇ ਵਿਆਹ ਨੂੰ ਉਸਦਾ ਭਵਿੱਖ ਸਮਝ ਕੇ ਬਹੁਤ ਵੱਡੀ ਗਲਤੀ ਕਰਦੇ ਹਾਂ ਤੇ ਫਿਰ ਜੇਕਰ ਸਹੁਰਾ ਪਰਿਵਾਰ ਚੰਗਾ ਮਿਲ ਜਾਵੇ ਤਾਂ ਅਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਦੇ ਹਾਂ ਤੇ ਜੇ ਸਹੁਰਾ ਪਰਿਵਾਰ ਮਾੜਾ ਮਿਲ ਜਾਵੇ ਤਾਂ ਧੀ ਦੀ ਕਿਸਮਤ ਨੂੰ ਕੋਸਦੇ ਹਾਂ। ਇਸ ਤਰ੍ਹਾਂ ਪਤਾ ਨਹੀਂ ਕਿੰਨੀਆਂ ਹੀ ਲਾਇਕ ਧੀਆਂ ਰਹਿ ਜਾਂਦੀਆਂ ਹਨ। ਉਹਨਾਂ ਨੂੰ ਵੀ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਉਹਨਾਂ ਨੂੰ ਕਿਸੇ ਦੁਆਰਾ ਬੇਵਜ੍ਹਾ ਪਰੇਸ਼ਾਨ ਨਾ ਹੋਣਾ ਪਵੇ, ਸਗੋਂ ਉਹ ਆਪਣੇ ਫੈਸਲੇ ਲੈਣ ਵਿੱਚ ਸਮਰੱਥ ਹੋਣ। ਕਾਂਤਾ ਦੇ ਜੀਜਾ ਜੀ ਨੇ ਕਿਹਾ। ਹਾਂ ਬੇਸ਼ੱਕ ਇਹ ਵਿਆਹ ਸ਼ਾਦੀਆਂ ਸਾਡੀਆਂ ਧੀਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਨੇ, ਨਾ ਕਿ ਉਹਨਾਂ ਦੀ ਪੂਰੀ ਜ਼ਿੰਦਗੀ। ਸਾਨੂੰ ਇਹ ਗੱਲ
ਆਪਣੇ ਲਈ ਆਪਣੀਆਂ ਧੀਆਂ ਦੀ ਬਿਹਤਰੀ ਲਈ ਸਮਝਣੀ ਪਵੇਗੀ, ਭਲੇ ਲਈ ਨਹੀਂ ਮੰਮੀ, ਅਸਲ ਭਲੇ ਲਈ, ਸ਼ਿਵਾਨੀ ਨੇ ਮੁਸਕਰਾਉਂਦੇ ਹੋਏ ਕਿਹਾ। ਹੁਣ ਉੱਥੇ ਮੌਜੂਦ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਸੀ ਤੇ ਕਾਂਤਾ ਦੇ ਚਿਹਰੇ 'ਤੇ ਅਥਾਹ ਸੰਤੁਸ਼ਟੀ ਸੀ। 4 ਸਾਲ ਬਾਅਦ, ਹੈਲੋ ਮਾਸੀ, ਮੇਰੇ ਤਰੱਕੀ ਹੋ ਗਈ ਹੈ ਤੇ ਹੁਣ ਮੇਰੀ ਤਨਖਾਹ ਦੁੱਗਣੀ ਹੋ ਜਾਵੇਗੀ, ਸ਼ਿਵਾਨੀ ਨੇ ਖੁਸ਼ੀ ਨਾਲ ਕਿਹਾ। ਬਹੁਤ ਬਹੁਤ ਮੁਬਾਰਕਾਂ ਮੇਰੀ ਗੁੜੀਆ, ਤੇ ਹਾਂ ਹੁਣ ਪਾਰਟੀ ਤੇ ਬਣਦੀ ਹੈ, ਕਾਂਤਾ ਨੇ ਸ਼ਿਵਾਨੀ ਨੂੰ ਫੋਨ ਤੇ ਕਿਹਾ। ਪਾਰਟੀ ਨਹੀਂ ਕਾਂਤਾ, ਡਬਲ ਪਾਰਟੀਆਂ, ਊਸ਼ਾ ਨੇ ਸ਼ਿਵਾਨੀ ਦੇ ਪਿੱਛੇ ਤੋਂ ਫੋਨ ਤੇ ਕਿਹਾ। ਦੀਦੀ ਕੀ ਮਤਲਬ? ਊਸ਼ਾ ਬੋਲੀ, ਮਤਲਬ ਸਾਡੀ ਸ਼ਿਵਾਨੀ ਨੂੰ ਆਖਰਕਾਰ ਇੱਕ ਮੁੰਡੇ ਦੀ ਤਸਵੀਰ ਪਸੰਦ ਆ ਗਈ ਹੈ ਤੇ ਮੁੰਡੇ ਵਾਲੇ ਅੱਜ ਸ਼ਾਮ ਨੂੰ ਉਸਨੂੰ ਵੇਖਣ ਆ ਰਹੇ ਹਨ। ਕਾਂਤਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਊਸ਼ਾ ਨੇ ਪੁੱਛਿਆ। ਨਹੀਂ ਦੀਦੀ, ਬਿਲਕੁਲ ਨਹੀਂ, ਜੇ ਸ਼ਿਵਾਨੀ ਤਿਆਰ ਹੈ ਤਾਂ ਫਿਰ ਕਿਉਂ? ਸ਼ਿਵਾਨੀ ਕਿਵੇਂ? ਹੈਲੋ ਹੈਲੋ, ਕਾਂਤਾ ਨੇ ਸ਼ਿਵਾਨੀ ਨੂੰ ਪੁੱਛਿਆ। ਸ਼ਰਮਾ ਕੇ ਭੱਜ ਗਈ ਆਪਣੇ ਕਮਰੇ ਵੱਲ ਤੇ ਫੋਨ ਮੈਨੂੰ ਫੜਾ ਗਈ ਹੈ, ਊਸ਼ਾ ਨੇ ਹੱਸਦਿਆਂ ਕਾਂਤਾ ਨੂੰ ਕਿਹਾ।